ਨਾਬਾਲਗ ਬੱਚੀ ਦੇ ਨਾਲ ਬਲਾਤਕਾਰ ਦੇ ਲਈ ਬਹੁਤ ਘਿਨਾਉਣੇ ਮਤਲਬ ਸਜ਼ਾਏ ਮੌਤ ਹੈ, ਤਾਂ ਉਸ ਮੌਤ ਤੋਂ ਬਚਾਉਣ ਦੇ ਲਈ ਇੱਕ ਬੱਚੇ ਨੂੰ ਤਾਂ ਸਜ਼ਾ ਹੋਣੀ ਨਹੀਂ ਹੈ। ਇਹ ਇੱਕ ਐਂਗਲ ਲਿਆਂਦਾ ਜਾ ਰਿਹਾ। ਅੱਜ ਦੇ ਸਮੇਂ 'ਚ ਬਲਾਤਕਾਰ ਅਤੇ ਕਾਤਲਾਂ ਨੂੰ ਸਜ਼ਾ ਦਿਵਾਉਣ ਦੇ ਲਈ ਸਾਨੂੰ ਸੜਕਾਂ ਜਾਮ ਕਰਨੀਆਂ ਪੈ ਰਹੀਆਂ, ਤੇ ਜਿਹੜੇ ਸੜਕ ਜਾਮ ਕਰਦੇ ਨਹੀਂ ਉਹ ਵੱਡਾ ਅਪਰਾਧ ਹੋ ਗਿਆ ਵਾ। ਮਤਲਬ ਇਹ ਸ਼ਰਮਨਾਕ ਗੱਲ ਹੈ। ਚੰਡੀਗੜ੍ਹ ਪੁਲਿਸ ਦੀ ਸ਼ਰਮਨਾਕ ਕਰਤੂਤ ਹੈ। ਪੁਲਿਸ ਉਹਨਾਂ ਨੌਜਵਾਨਾਂ ਨੂੰ ਕੁੱਟਣ ਲਈ ਵੱਧ ਸ਼ੌਕੀਨ ਹੈ ਵੀ ਅਸਲ ਗੁਨੇਗਾਰਾਂ ਨੂੰ ਫੜਨ ਦੀ ਥਾਂ ਤੇ ਇਹ ਸਾਰੇ ਦੇ ਸਾਰੇ ਮੁੱਦੇ ਨੂੰ ਭੜਕਾ ਕੇ ਵੀ ਸਿਰਫ ਤੇ ਸਿਰਫ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ। ਸਾਡੇ ਉੱਤੇ ਬੈਠੇ ਜਿਹੜੇ ਬਲਾਤਕਾਰੀ ਨੇ ਉਹ ਸੰਸਦ ਦੇ ਵਿੱਚ ਬੈਠੇ ਆ, ਤਾਂ ਅਸੀਂ ਉਮੀਦਾਂ ਨਹੀਂ ਕਰ ਸਕਦੇ ਵੀ ਇਹ ਸਿਸਟਮ ਦੇ ਵਿੱਚ ਕੋਈ ਜਸਟਿਸ ਵੀ ਮਿਲੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਸ਼ ਪ੍ਰਦੇਸ਼ ਟੀਵੀ ਤੇ ਰੈਡ FM ਚੈਨਲ ਜੁੜੇ ਸਾਰੇ ਅਜ਼ੀਜ਼ ਸਾਥੀਆਂ ਦਾ ਮੈਂ ਰਾਜਦੀਪ ਕੌਰ ਨਿੱਘਾ ਸਵਾਗਤ ਕਰਦੀ ਹਾਂ। ਚੰਡੀਗੜ੍ਹ ਤੋਂ ਬੀਤੇ ਦਿਨੀ ਇੱਕ ਦਰਦਨਾਕ ਖਬਰ ਸਾਹਮਣੇ ਆਈ ਸੀ। ਹੱਲੂ ਮਾਜਰਾ ਦੇ ਨੇੜੇ ਜਿਹੜੇ ਪੈਂਦੇ ਜੰਗਲ ਨੇ ਉਹਦੇ ਵਿੱਚ 6 ਸਾਲਾ ਬੱਚੀ ਦੀ ਲਾਸ਼ ਜਿਹੜੀ ਜੰਗਲ ਦੇ ਵਿੱਚੋਂ ਮਿਲਦੀ ਹੈ। ਇੱਕ ਰਾਹੀਗਰ ਉਹਦੀ ਜਾਣਕਾਰੀ ਚੰਡੀਗੜ੍ਹ ਪੁਲਿਸ ਨੂੰ ਦਿੰਦਾ ਹੈ ਤੇ ਚੰਡੀਗੜ੍ਹ ਪੁਲਿਸ ਦੁਆਰਾ ਛਾਣਬੀਨ ਕੀਤੀ ਜਾਂਦੀ ਹੈ ਅਤੇ ਇੱਕ 12 ਸਾਲ ਦੇ ਬੱਚੇ ਨੂੰ ਗ੍ਰਿਫਤਾਰ ਕੀਤੇ ਜਾਣ ਜਿਹੜੀ ਜਾਣਕਾਰੀ ਹੈ ਪੁਲਿਸ ਦੁਆਰਾ ਇਹ ਦਿੱਤੀ ਜਾਂਦੀ ਹੈ। ਪਰ ਇਸ ਮਾਮਲੇ ਦੇ ਵਿੱਚ ਇੱਕ ਨਵਾਂ ਮਾਮਲਾ ਜੁੜ ਜਾਂਦਾ ਹੈ ਜਦੋਂ ਹੱਲੂ ਮਾਜਰੇ ਦੇ ਲੋਕਾਂ ਦੁਆਰਾ ਉੱਥੇ ਚੌਂਕ ਤੇ ਲਾਈਟਾਂ ਦੇ ਉੱਪਰ ਜਿਹੜਾ ਇੱਕ ਧਰਨਾ ਦਿੱਤਾ ਜਾਂਦਾ ਹੈ ਤੇ ਇਸ ਪ੍ਰਦਰਸ਼ਨ ਦੇ ਦੌਰਾਨ ਚੰਡੀਗੜ੍ਹ ਦੀ ਪੁਲਿਸ ਦੁਆਰਾ ਕਈ ਜਿਹੜੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜੇ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਨਾਲ ਪੰਜਾਬ ਯੂਨੀਵਰਸਿਟੀ ਦੇ ਨਾਲ ਸੰਬੰਧਿਤ ਨੇ। ਉਹਨਾਂ ਦੇ ਉੱਪਰ ਇਹ ਵੀ ਦੋਸ਼ ਲਗਾਏ ਗਏ ਨੇ ਕਿ ਉਹ ਭੀੜ ਨੂੰ ਭੜਕਾ ਰਹੇ ਸੀ ਤੇ ਉਹਨਾਂ ਦੁਆਰਾ ਪੁਲਿਸ ਦੇ ਉੱਪਰ ਜਿਹੜਾ ਹਮਲਾ ਵੀ ਕੀਤਾ ਗਿਆ। ਇਸ ਸਾਰੇ ਮਾਮਲੇ ਦੇ ਵਿੱਚ ਜਿਹੜਾ ਬੱਚੀ ਦਾ ਜੋ ਅਸਲ ਮਾਮਲਾ ਹੈ, ਜੋ ਰੇਪ ਦਾ ਮਾਮਲਾ ਹੈ, ਉਹ ਕਿਤੇ ਲੁਕਦਾ ਹੋਇਆ ਨਜ਼ਰ ਆ ਰਿਹਾ। ਇਸ ਸਾਰੇ ਮਾਮਲੇ ਤੇ ਅੱਜ ਆਪਣੇ ਨਾਲ ਮੌਜੂਦ ਨੇ ਜਿਹੜੇ ਯੂਨੀਵਰਸਿਟੀ ਦੇ 2 ਵਿਦਿਆਰਥੀ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਮਾਮਲਾ ਅਸਲ ਦੇ ਵਿੱਚ ਹੈ ਕਿ ਪੁਲਿਸ ਦੇ ਨਾਲ ਜੋ ਵਿਦਿਆਰਥੀਆਂ ਦੀ ਝੜਪ ਹੋਈ ਹੈ ਜਾਂ ਨਹੀਂ ਹੋਈ, ਉਸ ਦੇ ਬਾਰੇ ਜਿਹੜੀ ਸੱਚਾਈ ਕੀ ਹੈ ਉਹ ਕੀ ਹੈ। ਸੋ ਸਭ ਤੋਂ ਪਹਿਲਾਂ ਅਸੀਂ ਜਾਣਨਾ ਚਾਹਾਂਗੇ ਕਿ ਜਿਹੜੀ ਹੱਲੂ ਮਾਜਰੇ ਇਹ ਵਾਪਰੀ ਘਟਨਾ ਉਸ ਦੇ ਵਿੱਚ ਜਿਹੜੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀ ਉਹਨਾਂ ਦੀ ਸ਼ਮੂਲੀਅਤ ਕੀ ਹੈ। ਦੇਖੋ, ਉਸ ਦਿਨ ਜਦੋਂ ਮੈਂ ਵੀ ਯੂਨੀਵਰਸਿਟੀ ਦੇ ਵਿੱਚ ਹੀ ਸੀ ਉਸ ਦਿਨ, ਤੇ ਮੈਂ ਤੇ ਅਮਨਦੀਪ ਜਿਹੜਾ ਲੜਕਾ ਅਰੈਸਟ ਹੋਇਆ ਹੈ, ਜਿਹੜਾ PSU ਲਲਕਾਰ ਦਾ ਇੱਥੇ ਮੈਂਬਰ ਹੈ, ਉਹ ਸਾਨੂੰ ਦੋਨਾਂ ਨੂੰ ਸਾਡੇ ਦੋਸਤ ਉੱਥੇ ਹੱਲੂ ਮਾਜਰੇ ਦੇ ਵਿੱਚ ਪਿਛਲੇ 2-3 ਸਾਲਾਂ ਤੋਂ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਂਦੇ ਨੇ। ਉੱਥੇ ਨੌਜਵਾਨਾਂ ਮਜ਼ਦੂਰਾਂ ਨੂੰ ਜਥੇਬੰਦ ਕਰਦੇ ਨੇ ਤੇ ਲਗਾਤਾਰ ਉੱਥੇ ਕੰਮ ਕਰ ਰਹੇ ਨੇ। ਸਾਨੂੰ ਉਹਨਾਂ ਦਾ ਫੋਨ ਆਉਂਦਾ ਕਿ ਇੱਥੇ ਇਸ ਤਰ੍ਹਾਂ ਇੱਕ ਬੱਚੀ ਦੇ ਨਾਲ ਬਲਾਤਕਾਰ ਹੋਇਆ ਹੈ, ਘਟਨਾ ਹੋਈ ਹੈ। ਅਧਨੰਗੀ ਲਾਸ਼ ਆ ਉਸ ਬੱਚੀ ਦੀ ਜਿਹਦੇ ਸਿਰ ਜਿਹੜਾ ਉਹ ਤੋੜ ਦਿੱਤਾ ਜਾਂਦਾ ਪੱਥਰ ਦੇ ਨਾਲ, ਵੀ ਉਹ ਮਿਲੀ ਹੈ। ਤੇ ਉਹਦੇ ਬਾਅਦ ਲੋਕਾਂ ਦੇ ਅੰਦਰ ਰੋਸ ਆ। ਉਹਨਾਂ ਨੇ ਪੁਲਿਸ ਦਾ ਜਿਹੜੀ ਬੀਟ ਬਾਕਸ ਹੈ ਉਹ ਘੇਰਿਆ ਹੋਇਆ, ਤੇ ਉਹ ਸਾਨੂੰ ਫੋਨ ਆਇਆ। ਅਸੀਂ ਤੁਰੰਤ ਇੱਥੋਂ ਨਿਕਲੇ ਵੀ ਇਹ ਗਲਤ ਘਟਨਾ ਹੋਈ ਹੈ ਤੇ ਸਾਨੂੰ ਵੀ ਉੱਥੇ ਉਹਨਾਂ ਲੋਕਾਂ ਦੀ ਹਮਾਇਤ ਦੇ ਵਿੱਚ ਪਹੁੰਚਣਾ ਚਾਹੀਦਾ। ਅਸੀਂ ਦੋਨੇ ਇੱਥੋਂ ਇਕੱਠੇ ਜਾਂਦੇ ਹਾਂ। ਉੱਥੇ ਜਾ ਕੇ ਦੇਖਿਆ ਵੀ ਲੋਕਾਂ ਨੇ ਪਹਿਲਾਂ ਹੀ ਪੂਰੀ ਸੜਕ ਜਾਮ ਕੀਤੀ ਹੋਈ ਸੀ। 800-900 ਬੰਦਾ ਉੱਥੇ, ਉਹ ਮਜ਼ਦੂਰ, ਉਹਨਾਂ ਦੀ ਇੱਕੋ ਇੱਕ ਡਿਮਾਂਡ ਸੀ ਵੀ ਪੁਲਿਸ ਆ ਜਿਹੜੀ ਉਹ ਨਿਰਪੱਖ ਜਾਂਚ ਨਹੀਂ ਕਰ ਰਹੀ, ਪੁਲਿਸ ਅਸਲ ਆਰੋਪੀਆਂ ਨੂੰ ਬਚਾ ਰਹੀ ਹੈ ਤੇ ਇੱਥੇ ਸਾਨੂੰ ਲਿਖਤੀ ਦੇ ਵਿੱਚ ਦਿੱਤਾ ਜਾਵੇ ਵੀ ਜਿਹੜੇ ਆਰੋਪੀ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪਹਿਲਾਂ ਪੁਲਿਸ ਨੇ ਇਹ ਕਿਹਾ ਵੀ ਅਸੀਂ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ, ਪਰ ਬਾਅਦ ਚੋਂ ਮੁੱਕਰਦੀ ਆ ਸ਼ਰੇਆਮ ਕੈਮਰੇ ਦੇ ਉੱਤੇ ਵੀ ਹਾਂ ਅਸੀਂ ਆਰੋਪੀ ਹਜੇ ਤੱਕ ਗ੍ਰਿਫਤਾਰ ਨਹੀਂ ਕੀਤੇ। ਹੁਣ ਇਹਦੇ ਵਿੱਚ ਹੋਰ ਇੱਕ ਵੱਡੀ ਜਿਹੜਾ ਘਟਨਾ ਵਾਪਰਦੀ ਹੈ ਵੀ ਸ਼ਾਮ ਨੂੰ 7 ਵਜੇ ਦੇ ਕਰੀਬ, ਜਦੋਂ ਲੋਕ ਆਪ ਮੁਹਾਰੇ ਹੀ ਅੰਦਰ ਅਸੀਂ ਮਾਰਚ ਕੱਢਣ ਲਈ ਜਾ ਰਹੇ ਸੀ ਵੀ ਹੱਲੂ ਮਾਜਰੇ ਦੇ ਵਿੱਚ ਇੱਕ ਵੱਡਾ ਮਾਰਚ ਕੱਢਾਂਗੇ, ਲੋਕਾਂ ਨੂੰ ਹੋਰਾਂ ਨੂੰ ਦੱਸਾਂਗੇ ਵੀ ਅਸਲ ਘਟਨਾ ਕੀ ਹੋਈ। ਸੜਕ ਆਪੇ ਲੋਕ ਖਾਲੀ ਕਰ ਰਹੇ ਸੀ। ਪੁਲਿਸ ਨੇ ਉਸ ਵੇਲੇ ਲਾਠੀਆਂ ਬਰਸਾਉਣੀਆਂ ਸ਼ੁਰੂ ਕੀਤੀਆਂ। ਔਰਤਾਂ ਨੂੰ, ਬੱਚੀਆਂ ਜਿਹੜੀਆਂ ਉੱਥੇ ਸਾਡੇ ਨਾਲ ਟਿਊਸ਼ਨ ਪੜ੍ਹਦੀਆਂ ਨੇ, 14-14 ਸਾਲ ਦੀਆਂ ਕੁੜੀਆਂ ਨੂੰ ਵਾਲਾਂ ਤੋਂ ਫੜ ਕੇ ਪਾਈਪਾਂ ਦੇ ਨਾਲ ਕੁੱਟਿਆ ਗਿਆ ਵਾ ਉੱਥੇ। ਤੇ ਇਸ ਤਰ੍ਹਾਂ ਦਾ ਜਿਹੜਾ ਇੱਕ ਬਰਬਰ ਲਾਠੀ ਚਾਰਜ ਆ, ਉਸ ਤੋਂ ਬਾਅਦ ਗਲੀਆਂ ਦੇ ਅੰਦਰ ਇੱਕ ਦਹਿਸ਼ਤ ਫੈਲਾਈ ਗਈ। ਇਸ ਲਾਠੀ ਚਾਰਜ ਦੇ ਵਿੱਚ ਉਹਨਾਂ ਨੇ 3 ਨੌਜਵਾਨ ਉੱਥੋਂ ਚੱਕ ਲਏ ਨੇ। ਸਭ ਤੋਂ ਪਹਿਲਾਂ ਤਾਂ ਅਮਨਦੀਪ ਉਸ ਵੇਲੇ ਭਾਸ਼ਣ ਦੇ ਰਹੇ ਸੀ, ਗੱਲ ਕਰ ਰਹੇ ਸੀ, ਲੋਕਾਂ ਨੂੰ ਸਮਝਾ ਰਹੇ ਸੀ ਵੀ ਆਪਾਂ ਅੰਦਰ ਚੱਲੀਏ। ਸਭ ਤੋਂ ਪਹਿਲਾਂ ਤਾਂ ਅਮਨਦੀਪ ਨੂੰ ਡੰਡੇ ਮਾਰ ਕੇ ਲੈ ਕੇ ਗਏ। ਨਾਲ ਦੀ ਨਾਲ ਇੱਕ ਵੈਭਵ ਲੜਕਾ ਜਿਹੜਾ ਉੱਥੇ ਨੌਜਵਾਨਾਂ ਨੂੰ ਟਿਊਸ਼ਨ ਪੜ੍ਹਾਉਂਦਾ ਬੱਚਿਆਂ ਨੂੰ, ਤੇ ਨਾਲ ਇੱਕ ਹੋਰ ਉੱਥੋਂ ਦਾ ਵਸਨੀਕ ਹੈ ਗੋਪਾਲ। ਇਹਨਾਂ ਤਿੰਨਾਂ ਨੂੰ ਚੱਕ ਲੈਂਦੀ ਹੈ ਪੁਲਿਸ ਤੇ ਹੋਰਾਂ ਨੌਜਵਾਨਾਂ ਨੂੰ ਹਜੇ ਤੱਕ ਡਰਾ ਰਹੀ ਹੈ। ਗਲੀਆਂ ਦੇ ਵਿੱਚ ਲਗਾਤਾਰ ਪੁਲਿਸ ਘੁੰਮ ਰਹੀ ਹੈ ਵੀ ਤੁਹਾਨੂੰ ਕਿਸੇ ਵੀ ਵੇਲੇ ਗ੍ਰਿਫਤਾਰ ਕੀਤਾ ਜਾਂਦਾ। ਹੁਣ ਅੱਜ ਦੇ ਸਮੇਂ 'ਚ ਬਲਾਤਕਾਰ ਅਤੇ ਕਾਤਲਾਂ ਨੂੰ ਸਜ਼ਾ ਦਿਵਾਉਣ ਦੇ ਲਈ ਸਾਨੂੰ ਸੜਕਾਂ ਜਾਮ ਕਰਨੀਆਂ ਪੈ ਰਹੀਆਂ, ਤੇ ਜਿਹੜੇ ਸੜਕ ਜਾਮ ਕਰਦੇ ਨਹੀਂ ਉਹ ਵੱਡਾ ਅਪਰਾਧ ਹੋ ਗਿਆ ਵਾ। ਮਤਲਬ ਇਹ ਸ਼ਰਮਨਾਕ ਗੱਲ ਹੈ। ਚੰਡੀਗੜ੍ਹ ਪੁਲਿਸ ਦੀ ਸ਼ਰਮਨਾਕ ਕਰਤੂਤ ਹੈ ਵੀ ਜਿਹੜੇ ਨੌਜਵਾਨਾਂ ਨੇ, ਉਹਨਾਂ ਨੂੰ ਕੁਛ ਨਹੀਂ ਕਿਹਾ, ਕਿਸੇ ਕੈਮਰੇ ਤੇ ਕਿਸੇ ਤਰ੍ਹਾਂ ਦਾ ਕੋਈ ਸਬੂਤ ਨਹੀਂ ਵੀ ਉਹਨਾਂ ਨੌਜਵਾਨਾਂ ਨੇ ਪੁਲਿਸ ਨਾਲ ਕਿਸੇ ਤਰ੍ਹਾਂ ਦੀ ਕੋਈ ਵਧੀਕੀ ਕੀਤੀ ਹੋਵੇ। ਨੌਜਵਾਨ ਸਗੋਂ ਦੀ ਭੀੜ ਨੂੰ ਜਾਬਤੇ ਦੇ ਵਿੱਚ ਰੱਖਣ ਦਾ ਕੰਮ ਕਰ ਰਹੇ ਸੀ ਉਸ ਵੇਲੇ, ਤੇ ਉਹਨਾਂ ਨੌਜਵਾਨਾਂ ਨੂੰ ਸਿਰਫ ਇਸ ਕਰਕੇ ਚੱਕਿਆ ਗਿਆ ਤਾਂ ਕਿ ਇਸ ਮਾਮਲੇ ਨੂੰ ਰਫਾ ਦਫਾ ਕੀਤਾ ਜਾਵੇ, ਕਿਉਂਕਿ ਯੂਨੀਵਰਸਿਟੀ ਦੇ ਵਿਦਿਆਰਥੀ ਹਰ ਥਾਂ ਤੇ ਜਿੱਥੇ ਕਿਤੇ ਇਸ ਤਰ੍ਹਾਂ ਦੀ ਬੇਇਨਸਾਫੀ ਹੁੰਦੀ ਉਹਦੇ ਨਾਲ ਜਾ ਕੇ ਖੜ੍ਹਦੇ ਨੇ।
ਨੇ। ਤੇ ਇਹ ਜਿਹੜੀ ਗੱਲ ਉੱਥੇ ਇਲਾਕੇ ਵਾਸੀਆਂ ਨੂੰ ਕਹੀ ਜਾ ਰਹੀ ਵੀ ਇਹ ਤਾਂ ਬਾਹਰਲੇ ਬੰਦੇ ਸੀ। ਜੇ ਬਾਹਰਲਿਆਂ ਦੀ ਆਪਾਂ ਗੱਲ ਕਰਦੇ ਹਾਂ ਫਿਰ ਤਾਂ ਅਸੀਂ ਕਦੇ ਹਾਥਰਸ ਲਈ ਵੀ ਨਹੀਂ ਬੋਲ ਸਕਦੇ, ਫਿਰ ਤਾਂ ਆਪਦੇ ਘਰ ਤੋਂ ਬਾਹਰ ਸਾਰੇ ਬਾਹਰਲੇ ਹੀ ਹੋ ਗਏ, ਫਿਰ ਤਾਂ ਕਦੇ ਕਿਸੇ ਲਈ ਇਨਸਾਫ ਲਈ ਬੋਲਾਂਗੇ ਹੀ ਨਹੀਂ। ਇਸ ਕਰਕੇ ਅਸੀਂ ਵੀ ਸਾਰੇ ਲੋਕਾਂ ਨੂੰ ਇਹੀ ਗੱਲ ਕਹਿੰਦੇ ਵੀ ਇਹ ਬਹੁਤ ਸ਼ਰਮਨਾਕ ਘਟਨਾ, ਖਾਸ ਤੌਰ ਤੇ ਇਹ ਗੱਲ ਵੀ ਨੌਜਵਾਨਾਂ ਨੂੰ ਹਜੇ 4-5 ਦਿਨ ਹੋ ਚੁੱਕੇ ਨੇ ਝੂਠੇ ਕੇਸਾਂ 'ਚ ਜੇਲ੍ਹ ਦੇ ਅੰਦਰ ਪਾਇਆ ਹੋਇਆ, ਜ਼ਮਾਨਤ ਨਹੀਂ ਦਿੱਤੀ ਜਾ ਰਹੀ। ਪੁਲਿਸ ਵੱਲੋਂ ਲਗਾਤਾਰ ਤਸ਼ੱਦਦ ਕੀਤੀ ਜਾ ਰਹੀ ਹੈ ਉਹਨਾਂ ਦੇ ਉੱਤੇ। ਜੋ ਤੁਸੀਂ ਬਾਹਰ ਵਾਲੀ ਗੱਲ ਕੀਤੀ ਉਹ ਤਾਂ ਭਾਰਤ ਸਰਕਾਰ ਦੇ ਉਸੇ ਬਿਆਨ ਦੇ ਵਾਂਗ ਹੈ ਜੋ ਕਹਿੰਦੇ ਆ ਕਿ ਬਾਹਰਲੇ ਲੋਕ ਕਿਸਾਨੀ ਅੰਦੋਲਨ ਦੇ ਬਾਰੇ ਟਵੀਟ ਨਹੀਂ ਕਰ ਸਕਦੇ। ਦੂਸਰੀ ਗੱਲ, ਸ਼ਨੀਵਾਰ ਨੂੰ ਇਹ ਘਟਨਾ ਜਿਹੜੀ ਸਾਹਮਣੇ ਆਉਂਦੀ ਹੈ ਕਿ ਲਾਸ਼ ਮਿਲੀ ਹੈ, ਉਸ ਤੋਂ ਪਹਿਲਾਂ ਉਹਨਾਂ ਦੁਆਰਾ ਜਿਹੜੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ ਸੀ। ਜੋ ਇਹ ਘਟਨਾ ਹੈ, ਜੋ ਗ੍ਰਿਫਤਾਰੀਆਂ ਦੀ ਘਟਨਾ, ਉਹ ਕਿਸ ਦਿਨ ਵਾਪਰਦੀ ਹੈ? ਗ੍ਰਿਫਤਾਰੀਆਂ ਦੀ ਘਟਨਾ 7 ਤਰੀਕ ਨੂੰ ਸ਼ਾਮ ਨੂੰ ਵਾਪਰਦੀ ਹੈ। 6 ਤਰੀਕ ਨੂੰ ਸ਼ਾਮ ਨੂੰ ਜਦੋਂ ਘਰ ਦੇ ਜਾ ਕੇ ਰਿਪੋਰਟ ਮਿਸਿੰਗ ਦੀ ਲਿਖਾਉਂਦੇ ਨੇ, ਜੇ ਪੁਲਿਸ ਨੇ ਟਾਈਮਲੀ ਐਕਟ ਕੀਤਾ ਹੁੰਦਾ ਤਾਂ ਉਹ ਬੱਚੀ ਮਿਲ ਸਕਦੀ ਸੀ, ਕਿਉਂਕਿ ਨਾਲ ਦੇ ਜੰਗਲਾਂ ਦੇ ਵਿੱਚੋਂ ਮਿਲੀ ਹੈ ਉਹ ਬੱਚੀ। ਤੇ ਇੱਥੇ ਸਭ ਤੋਂ ਵੱਡੀ ਸਮੱਸਿਆ ਇਹੀ ਹੈ ਵੀ ਪੁਲਿਸ ਨੇ ਆਪ ਟਾਈਮਲੀ ਐਕਟ ਨਹੀਂ ਕੀਤਾ। ਸਗੋਂ ਸਾਡੀ ਡਿਮਾਂਡ ਇਹ ਹੋਣੀ ਚਾਹੀਦੀ ਹੈ ਵੀ ਉਹ SHO ਸਸਪੈਂਡ ਕਰੋ, ਇੰਸਪੈਕਟਰ ਸਸਪੈਂਡ ਕਰੋ। 6 ਸਾਲ ਦੀ ਬੱਚੀ ਜੇ ਮਿਸਿੰਗ ਹੁੰਦੀ ਆ, ਕਾਨੂੰਨ ਇਹ ਗੱਲ ਕਹਿੰਦਾ ਵੀ ਤੁਰੰਤ ਉਸੇ ਵੇਲੇ ਜਾਂਚ ਹੋਣੀ ਚਾਹੀਦੀ ਹੈ, ਤੁਰੰਤ ਉਸ ਬੱਚੀ ਦੀ ਭਾਲ ਲਈ ਤੁਹਾਨੂੰ ਜਾਣਾ ਚਾਹੀਦਾ। ਪਰ ਇੱਥੇ ਗੱਲ ਵੀ ਇਹ ਵੀ ਹੈ ਨਾ ਵੀ ਚੰਡੀਗੜ੍ਹ ਦੇ ਉਹ ਕਿਸੇ ਸੈਕਟਰ 'ਚ ਨਹੀਂ ਵਾਪਰੀ ਘਟਨਾ, ਉਹ ਵਾਪਰੀ ਇੱਕ ਮਜ਼ਦੂਰ ਇਲਾਕੇ 'ਚ, ਤੇ ਮਜ਼ਦੂਰਾਂ ਦੀ ਜ਼ਿੰਦਗੀ ਤਾਂ ਵੈਸੇ ਹੀ ਉਹਨਾਂ ਲਈ ਕੋਈ ਮਾਇਨੇ ਨਹੀਂ ਰੱਖਦੀ। ਇਸ ਕਰਕੇ ਇਸ ਘਟਨਾ ਨੂੰ ਵੀ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਦੱਬ ਦਈਏ, ਪੁਲਿਸ ਦਾ ਕੋਈ ਇੱਥੇ ਪੁਲਿਸ ਦੇ ਉੱਤੇ ਕੋਈ ਐਕਸ਼ਨ ਦੀ ਗੱਲ ਨਾ ਆਵੇ ਤੇ ਕਿਸੇ ਤਰ੍ਹਾਂ ਨਾਲ ਵੀ ਆਰੋਪੀਆਂ ਨੂੰ ਬਚਾਇਆ ਜਾ ਸਕੇ। ਇਸ ਕਰਕੇ ਪੁਲਿਸ ਢੱਕ ਰਹੀ ਹੈ ਪੂਰੀ ਘਟਨਾ ਨੂੰ। ਉਹ ਨੌਜਵਾਨਾਂ ਨੂੰ ਚੱਕ ਕੇ ਹੋਰਾਂ ਨੌਜਵਾਨਾਂ ਨੂੰ ਇਹ ਸੁਨੇਹਾ ਦਿੱਤਾ ਜਾ ਰਿਹਾ ਵੀ ਆਪਦੇ ਘਰੋਂ ਘਰੀ ਬੈਠੇ ਰਹੋ, ਕਿਸੇ ਦੇ ਲਈ ਤੁਹਾਨੂੰ ਹੱਕ ਸੱਚ ਲਈ ਖੜਨ ਦੀ ਲੋੜ ਨਹੀਂ ਹੈ। ਚੰਡੀਗੜ੍ਹ ਪੁਲਿਸ ਦੁਆਰਾ ਇਹ ਇਲਜ਼ਾਮ ਲਗਾਇਆ ਗਿਆ ਕਿ ਨੌਜਵਾਨਾਂ ਨੇ ਉਹਨਾਂ ਦੇ ਉੱਪਰ ਹਮਲਾ ਕੀਤਾ ਸੀਗਾ ਤੇ ਉਹਨਾਂ ਦੁਆਰਾ ਇੱਕ 12 ਸਾਲ ਦੇ ਬੱਚੇ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਜਿਹੜੀ ਸੂਚਨਾ ਉਹ ਮੀਡੀਆ ਦੇ ਸਾਹਮਣੇ ਆ ਰਹੀ, ਜਿਸ ਨੂੰ ਹੁਣ ਬਾਲ ਸੁਧਾਰ ਘਰ 'ਚ ਭੇਜ ਦਿੱਤਾ ਗਿਆ। ਇਸ ਦੇ ਬਾਬਤ ਤੁਹਾਡਾ ਕੀ ਕਹਿਣਾ? ਪਹਿਲੀ ਗੱਲ ਤਾਂ ਇਹ ਵੀ ਨੌਜਵਾਨਾਂ ਨੇ ਉੱਥੇ ਕਿਸੇ ਤਰ੍ਹਾਂ ਦੀ ਕੋਈ ਵਧੀਕੀ ਨਹੀਂ ਕੀਤੀ। ਕੋਈ ਇੱਕ ਫੋਟੋ, ਕੋਈ ਇੱਕ ਵੀਡੀਓ, ਕੋਈ ਇੱਕ ਚਸ਼ਮਦੀਦ ਗਵਾਹ ਜਿਹੜਾ ਉਸ ਵੇਲੇ ਮੌਜੂਦ ਹੋਵੇ, ਕੋਈ ਇਸ ਤਰ੍ਹਾਂ ਦਾ ਬੰਦਾ ਨਹੀਂ। ਨੌਜਵਾਨ ਉਸ ਵੇਲੇ ਭੀੜ ਨੂੰ ਜਾਬਤੇ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਸੀ, ਕਿਉਂਕਿ ਪੁਲਿਸ ਵੱਲੋਂ ਸਾਰੀ ਦੇ ਸਾਰੀ ਬਲ ਪ੍ਰਯੋਗ ਆ ਜਿਹੜਾ ਉੱਥੇ ਕੀਤਾ ਜਾ ਰਿਹਾ ਸੀ। ਸਾਡੀ ਮੰਗ ਕੀ ਸੀ ਵੀ ਤੁਸੀਂ ਜਿਹੜੀ ਫੋਰਸ ਇੱਥੇ ਲਾਈ ਆ ਭੀੜ ਦੇ ਰੋਕਣ ਦੇ ਲਈ ਤੇ ਰੋਡ ਖੁਲਵਾਉਣ ਲਈ ਜਿਹੜੀ ਕੋਸ਼ਿਸ਼ ਕਰ ਰਹੇ ਹੋ, ਇਹਦੀ ਥਾਂ ਤੇ ਇਹੀ ਸਾਰੀ ਪੁਲਿਸ ਫੋਰਸ ਤੁਸੀਂ ਚੱਕ ਕੇ ਲੈ ਕੇ ਜਾਓ ਤੇ ਉਹ ਕੁੜੀ ਜਿਹੜੇ ਅਸਲ ਦੋਸ਼ੀ ਨੇ ਤੁਸੀਂ ਉਹਨਾਂ ਨੂੰ ਫੜੋ। ਤੇ ਇੱਥੇ ਹੋਇਆ ਕਿ ਵੀ ਪੁੱਠਾ ਹੋ ਰਿਹਾ ਵਾ, ਨੌਜਵਾਨਾਂ ਦੇ ਉੱਤੇ ਡੰਡੇ ਮਾਰ ਕੇ ਉਹਨਾਂ ਨੂੰ ਨਾਲ ਦੀ ਨਾਲ ਚੱਕ ਲਿਆ। ਉਸ ਇਲਾਕੇ ਦੇ ਵਿੱਚ, ਉਸ ਏਰੀਏ ਦੇ ਵਿੱਚ, ਮੈਂ ਇਕੱਲੀ ਇਹ ਨਹੀਂ ਗੱਲ ਕਹਿ ਰਹੀ, ਉਹ ਨੌਜਵਾਨ ਕਿਸੇ ਨੇ ਵੀ ਪੁਲਿਸ ਨਾਲ ਕਿਸੇ ਤਰ੍ਹਾਂ ਦੀ ਕੋਈ ਵਧੀਕੀ ਨਹੀਂ ਕੀਤੀ। ਉਸ ਵੇਲੇ ਕਈ ਮੀਡੀਆ ਵਾਲੇ ਮੌਜੂਦ ਸੀਗੇ ਤੇ ਕਿਸੇ ਤਰ੍ਹਾਂ ਦੀ ਕੋਈ ਵੀਡੀਓ ਕੁਝ ਵੀ ਨਹੀਂ ਹੈਗਾ ਐਵੀਡੈਂਸ ਪੁਲਿਸ ਦੇ ਕੋਲ। ਪਰ ਇਹ ਹੁੰਦਾ ਵੀ ਝੂਠੇ ਪਰਚਿਆਂ ਨਾਲ ਲੋਕਾਂ ਨੂੰ ਡਰਾ ਦਈਏ, ਨੌਜਵਾਨਾਂ ਨੂੰ ਡਰਾ ਦਈਏ ਤਾਂ ਕਿ ਉਹ ਬੋਲਣ ਨਾ, ਤਾਂ ਕਿ ਇਸ ਮਸਲੇ ਨੂੰ ਕਿਸੇ ਨਾ ਕਿਸੇ ਤਰ੍ਹਾਂ ਦਬਾ ਦਈਏ। ਦੂਜੀ ਗੱਲ ਜਿਹੜੀ 12 ਸਾਲ ਦੇ ਬੱਚੇ ਦੀ ਗੱਲ ਕੀਤੀ ਆ, ਹੁਣ ਕੋਈ ਵੀ ਸੂਝਵਾਨ ਇਨਸਾਨ, ਕੋਈ ਵੀ ਕਾਮਨ ਸੈਂਸ ਨਾਲ ਆਪਦੀ ਇਹ ਗੱਲ ਸੋਚ ਕੇ ਦੇਖ ਲੇ ਵੀ 12 ਸਾਲ ਦੇ ਬੱਚੇ ਦੇ ਅੰਦਰ ਕੀ ਇੰਨਾ ਦਿਮਾਗ ਹੁੰਦਾ ਹੈ ਵੀ ਉਹ ਕਿਡਨੈਪ ਕਰਦਾ ਇੱਕ ਬੱਚੀ ਨੂੰ, ਉਹਦੇ ਨਾਲ ਬਲਾਤਕਾਰ ਕਰਦਾ ਹੈ, ਉਹਨੂੰ ਮਾਰ ਦਿੰਦਾ ਹੈ ਸਿਰ ਤੇ ਪੱਥਰ ਮਾਰ ਕੇ ਤੇ ਉਹਨੂੰ ਜੰਗਲ ਦੇ ਵਿੱਚ ਸੁੱਟ ਕੇ ਆ ਜਾਂਦਾ। ਇਹ 12 ਸਾਲ ਦੇ ਬੱਚੇ ਦੇ ਵੱਲੋਂ ਪਲੈਨਿੰਗ ਹੋ ਹੀ ਨਹੀਂ ਸਕਦੀ। ਇਹ ਆਪਾਂ ਵੀ ਸੋਚ ਸਕਦੇ ਹਾਂ। ਗੱਲ ਇਹ ਆ ਵੀ ਜੇ ਕੋਈ ਵੀ ਹੋਰ ਦੋਸ਼ੀ ਇਸ ਵੇਲੇ ਜਿਹੜੇ, ਜਿਵੇਂ ਉੱਥੇ ਗੱਲ ਹੋ ਰਹੀ ਸੀ ਵੀ 3 ਦੋਸ਼ੀ ਨੇ ਇਹਦੇ ਵਿੱਚ, ਜੇ ਹੋਰ ਦੋਸ਼ੀਆਂ ਨੂੰ ਫੜਿਆ ਜਾਂਦਾ ਤਾਂ ਜਿਹੜਾ ਪੌਕਸੋ ਐਕਟ ਹੈ, ਜਿਹੜਾ ਕਾਨੂੰਨ ਬਣਿਆ ਹੋਇਆ ਵੀ ਨਾਬਾਲਗ ਬੱਚੀ ਦੇ ਨਾਲ ਬਲਾਤਕਾਰ ਦੇ ਲਈ ਬਹੁਤ ਘਿਨੌਣੇ ਮਤਲਬ ਸਜ਼ਾਏ ਮੌਤ ਹੈ, ਤਾਂ ਉਸ ਮੌਤ ਤੋਂ ਬਚਾਉਣ ਦੇ ਲਈ ਇੱਕ ਬੱਚੇ ਨੂੰ ਵੀ, ਬੱਚੇ ਨੂੰ ਤਾਂ ਸਜ਼ਾ ਹੋਣੀ ਨਹੀਂ ਹੈ, ਇਹ ਇੱਕ ਐਂਗਲ ਲਿਆਂਦਾ ਜਾ ਰਿਹਾ। ਤਾਂ ਸਾਡੀ ਡਿਮਾਂਡ ਇਹੀ ਹੈ ਵੀ 12 ਸਾਲ ਦਾ ਬੱਚਾ ਇਹ ਨਹੀਂ ਕਰ ਸਕਦਾ। ਇਹਦੀ ਨਿਰਪੱਖ ਤਰੀਕੇ ਨਾਲ ਆ ਜਿਹੜੀ ਪੁਲਿਸ ਇਸ ਵੇਲੇ ਜਾਂਚ ਨਹੀਂ ਕਰ ਰਹੀ ਤੇ ਇਹ ਸਾਰੇ ਦੇ ਸਾਰੇ ਮੁੱਦੇ ਨੂੰ ਭੜਕਾ ਕੇ ਵੀ ਸਿਰਫ ਤੇ ਸਿਰਫ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਤਾਂ ਕਿ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ ਵੀ ਇਹ ਮੁੱਦਾ ਲੋਕਾਂ ਦੇ ਵਿੱਚ ਨਾ ਜਾਵੇ। ਇਸ ਵੇਲੇ ਜਿਹੜੀ ਬੱਚੀ ਦੇ ਪਰਿਵਾਰ ਵਾਲੇ ਨੇ ਉਹਨਾਂ ਦੇ ਮੈਂਬਰਾਂ ਦੁਆਰਾ ਵੀ ਇਹ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਦੋਸ਼ੀ ਉਹਨਾਂ ਨੂੰ ਮਤਲਬ ਕਿ ਮਾਰਨ ਦੀ ਜਿਹੜੀ ਸਜ਼ਾਏ ਮੌਤ ਦਿੱਤੀ ਜਾਵੇ। ਜਿਹੜੇ 3 ਦੋਸ਼ੀਆਂ ਦੀ ਤੁਸੀਂ ਗੱਲ ਕੀਤੀ ਹੈ, ਪੁਲਿਸ ਦੁਆਰਾ ਤਾਂ ਸਿਰਫ ਇੱਕ ਦੋਸ਼ੀ ਦੀ ਜਾਣਕਾਰੀ ਦਿੱਤੀ ਗਈ ਹੈ, ਇਹ 2 ਦੋਸ਼ੀ ਕਿਹੜੇ ਨੇ? ਦੇਖੋ ਇਹ ਤਾਂ ਇਨਵੈਸਟੀਗੇਸ਼ਨ ਦਾ ਮੁੱਦਾ ਹੈ। ਇਸੇ ਇਨਵੈਸਟੀਗੇਸ਼ਨ ਲਈ ਹੀ ਉਦੋਂ ਸੜਕ ਜਾਮ ਕੀਤੀ ਹੋਈ ਸੀ ਵੀ ਪੁਲਿਸ ਆਪਦਾ ਕੰਮ ਕਰਦੀ ਕਾਹਤੋਂ ਨਹੀਂ। ਪੁਲਿਸ ਦਾ ਕੰਮ ਹੀ ਇਹ ਆ ਵੀ ਨਿਆਂ ਵਿਵਸਥਾ ਨੂੰ ਪੂਰਾ ਕਰਨਾ। ਇੱਥੇ ਜੇ ਕੋਈ ਗੁਨਾਹ, ਜੇ ਕੋਈ ਵੀ ਇਸ ਤਰ੍ਹਾਂ ਦਾ ਜੁਰਮ ਹੁੰਦਾ ਵਾ ਤਾਂ ਉਹਦੀ ਇਨਵੈਸਟੀਗੇਸ਼ਨ ਕਰਨਾ ਇਹ ਪੁਲਿਸ ਦਾ ਕੰਮ ਹੈ। ਅਸੀਂ ਤਾਂ ਮੰਗ ਰਹੇ ਹਾਂ, ਉਹਨਾਂ ਤੋਂ ਮੰਗ ਇਹ ਕਰ ਰਹੇ ਹਾਂ ਪਹਿਲੇ ਦਿਨ ਤੋਂ ਵੀ ਤੁਸੀਂ ਇਹ ਸਾਰੀ ਇਨਵੈਸਟੀਗੇਸ਼ਨ ਕਰੋ ਤੇ ਅਸਲ ਦੋਸ਼ੀਆਂ ਨੂੰ ਫੜੋ। ਅਸਲ ਦੋਸ਼ੀਆਂ ਨੂੰ ਫੜਨ ਦੀ ਥਾਂ ਤੇ ਸਾਰਾ ਜ਼ੋਰ ਉਸ ਦਿਨ ਦਾ, ਪਹਿਲੇ ਦਿਨ ਦਾ, ਜਿੱਦਣ ਇਹ ਧਰਨਾ ਹੋਇਆ ਉਦੋਂ ਨੌਜਵਾਨ ਚੱਕ ਲਏ ਨੇ ਤੇ ਉਸ ਤੋਂ ਅਗਲੇ ਦਿਨ ਤੋਂ ਰਾਤ ਨੂੰ ਪੁਲਿਸ ਸਟੇਸ਼ਨ ਘੁਮਾ ਰਹੇ ਨੇ। ਅਗਲੇ ਦਿਨ ਬੇਲ ਨਹੀਂ ਮਿਲ ਰਹੀ, ਉਹਨਾਂ ਦੀ ਬੇਲ ਇੱਕ ਵਾਰ ਡਿਨਾਈ ਕੀਤੀ ਗਈ ਤੇ ਪੁਲਿਸ ਨੇ ਇਹ ਗੱਲ ਕਹੀ ਹੈ ਵੀ ਸਾਨੂੰ ਇਨਵੈਸਟੀਗੇਟ ਕਰਨ ਦਾ ਟਾਈਮ ਨਹੀਂ ਮਿਲਿਆ। ਨੌਜਵਾਨਾਂ ਨੂੰ ਫੜ ਕੇ ਉਹਨਾਂ ਤੇ ਜਿਹੜੀਆਂ ਧਾਰਾਵਾਂ ਲਾਈਆਂ ਨੇ। ਇੱਕ ਹੋਰ ਘਟਨਾ ਇੱਥੇ ਹੈ ਬਈ ਜਦੋਂ ਮੈਜਿਸਟ੍ਰੇਟ ਕੋਲ ਪੇਸ਼ ਕੀਤਾ ਗਿਆ 24 ਘੰਟਿਆਂ ਦੇ ਅੰਦਰ
ਉਹਨਾਂ ਨੌਜਵਾਨਾਂ ਨੂੰ। ਇੱਕ ਤਾਂ ਉਹਨਾਂ ਤੋਂ ਤੁਰਿਆ ਨਹੀਂ ਚੰਗੀ ਤਰ੍ਹਾਂ ਜਾ ਰਿਹਾ ਸੀ, ਉਹਨਾਂ ਵਿੱਚੋਂ 2 ਨੌਜਵਾਨ ਪਹਿਲਾਂ ਹੀ ਉਹਨਾਂ ਦੀ ਸਲਿੱਪ ਡਿਸਕ ਦੀ ਸਮੱਸਿਆ ਹੈ, ਉਹਨਾਂ ਨੂੰ ਬਹੁਤ ਬਰਬਰ ਅੰਦਰ ਲਾਠੀ ਚਾਰਜ ਕੀਤਾ ਹੋਣਾ, ਉਹਨਾਂ ਤੇ ਕੁੱਟਿਆ ਹੋਣਾ, ਉਹਨਾਂ ਨੂੰ ਪੁਲਿਸ ਨੇ ਤਸ਼ੱਦਦ ਕੀਤੀ ਹੈ। ਇੱਕ ਤਾਂ ਇਹ ਵੀ ਹੈ ਵੀ ਪੁਲਿਸ ਉਹਨਾਂ ਨੌਜਵਾਨਾਂ ਨੂੰ ਕੁੱਟਣ ਲਈ ਵੱਧ ਸ਼ੌਕੀਨ ਹੈ ਵੀ ਅਸਲ ਗੁਨੇਗਾਰਾਂ ਨੂੰ ਫੜਨ ਦੀ ਥਾਂ ਤੇ ਬਲਾਤਕਾਰ ਕਰਨ ਨਾਲੋਂ ਅੱਜ ਸੜਕ ਰੋਕਣਾ ਜਾਂ ਹੱਕ ਸੱਚ ਦੇ ਲਈ ਇਨਸਾਫ ਲਈ ਮੰਗਣਾ ਇਹ ਇੱਕ ਵੱਡਾ ਜੁਰਮ ਬਣ ਚੁੱਕਿਆ ਪੁਲਿਸ ਦੀ ਨਜ਼ਰਾਂ ਦੇ ਵਿੱਚ। ਤੇ ਦੂਜੇ ਪਾਸੇ ਵੀ ਉੱਥੇ ਇੱਕ ਆਈਓ ਹੈ ਮੋਤੀ ਰਾਮ, ਜਦੋਂ ਮੈਜਿਸਟ੍ਰੇਟ ਉਹਨਾਂ ਨੂੰ ਪੁੱਛਦੇ ਵੀ ਨੌਜਵਾਨ ਕਾਹਤੋਂ ਗ੍ਰਿਫਤਾਰ ਕੀਤੇ ਨੇ ਤਾਂ ਉਹ ਆਈਓ ਕਹਿੰਦੇ ਨੇ ਵੀ ਇਹਨਾਂ ਨੇ ਹਾਈਵੇ ਜਾਮ ਕੀਤਾ ਸੀ। ਫਿਰ ਮੈਜਿਸਟ੍ਰੇਟ ਕਹਿੰਦੇ ਵੀ ਜਿਹੜੀਆਂ ਧਾਰਾਵਾਂ ਤੁਸੀਂ ਲਾਈਆਂ ਨੇ 147 149 153 ਸੌਰੀ 332 353 ਜਿਹੜੀ 323 ਤੇ 341 ਇਹ 6 ਧਾਰਾਵਾਂ ਲਾਈਆਂ ਨੇ ਵੀ ਇਹਨਾਂ 6ਵਾਂ ਧਾਰਾਵਾਂ ਵਿੱਚੋਂ ਕੋਈ ਵੀ ਧਾਰਾ ਹਾਈਵੇ ਬਲੌਕ ਕਰਨ ਦੀ ਨਹੀਂ ਹੈਗੀ। ਤਾਂ ਉਹ ਉਸ ਵੇਲੇ ਚੁੱਪ ਸੀ, ਬਿਲਕੁਲ ਮੂਕ ਸੀ, ਕਿਉਂਕਿ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ। ਨੌਜਵਾਨਾਂ ਉੱਤੇ ਝੂਠੇ ਪਰਚੇ ਪਾਏ ਗਏ ਨੇ ਵੀ ਉਹਨਾਂ ਨੇ ਪੁਲਿਸ ਨਾਲ ਕੁੱਟਮਾਰ ਕੀਤੀ, ਉਹਨਾਂ ਨੇ ਦੰਗੇ ਭੜਕਾਏ ਨੇ, ਅਨਲੌਫੁਲ ਅਸੈਂਬਲੀ ਹੈ, ਜਾਣ ਕੇ ਇਹੋ ਜਿਹੀਆਂ ਧਾਰਾਵਾਂ ਵੀ ਨੌਜਵਾਨਾਂ ਨੂੰ ਵਧੇਰੇ ਸਮੇਂ ਤੱਕ ਜੇਲ੍ਹ ਦੇ ਵਿੱਚ ਰੱਖਿਆ ਜਾਵੇ ਤਾਂ ਕਿ ਉਹਨਾਂ ਦੀ ਬੇਲ ਵੀ ਨਾ ਕਿਸੇ ਤਰ੍ਹਾਂ ਨਾਲ ਹੋ ਸਕੇ। ਤਾਂ ਇਸੇ ਦੇ ਖਿਲਾਫ ਅਸੀਂ ਅੱਜ ਚਾਹੁੰਦੇ ਹਾਂ ਵੀ ਲੋਕ ਆ ਜਿਹੜੇ ਉਹ ਬੋਲਣ ਵੀ ਇਹ ਬੱਚੀਆਂ ਨਾਲ ਅਪਰਾਧ, ਇੱਕ ਔਰਤ ਦਿਵਸ ਤੋਂ ਇੱਕ ਦਿਨ ਪਹਿਲਾਂ ਇਹ ਅਪਰਾਧ ਹੋਇਆ, ਅਸੀਂ ਬੱਚੀ ਲਈ ਇਨਸਾਫ ਮੰਗ ਰਹੇ ਹਾਂ ਤੇ ਸਾਨੂੰ ਹੀ ਜੇਲ੍ਹਾਂ ਦੇ ਵਿੱਚ ਪਾਤਾ ਚੱਕ ਕੇ। ਇਹ ਕਿੱਡੀ ਸ਼ਰਮਨਾਕ ਗੱਲ ਹੈ ਵੀ ਅਸੀਂ ਕਦੋਂ ਜਾਗਾਂਗੇ, ਕਦੋਂ ਤੱਕ ਅਸੀਂ ਘਰ ਦੇ ਬਾਹਰਲਿਆਂ ਦੀਆਂ ਗੱਲਾਂ ਕਰਦੇ ਰਹਾਂਗੇ। ਤਾਂ ਇਹੀ ਹੈ ਵੀ ਅਪੀਲ ਵੀ ਆਪਾਂ ਵੱਧ ਤੋਂ ਵੱਧ ਇਹਨਾਂ ਨੌਜਵਾਨਾਂ ਦੀ ਰਿਹਾਈ ਦੀ ਵੀ ਮੰਗ ਕਰੀਏ ਤੇ ਦੂਜਾ ਉਹ ਬੱਚੀ ਦੇ ਲਈ ਵੀ ਇਨਸਾਫ ਕਰੀਏ ਵੀ ਅਸਲ ਦੋਸ਼ੀਆਂ ਨੂੰ ਪੁਲਿਸ ਫੜਦੀ ਕਿਉਂ ਨਹੀਂ ਆਪਦੇ ਕੰਮਾਂ ਦੇ ਵਿੱਚ ਉਹ ਕਰਦੀ ਹੈ ਆਪਣੇ ਕੰਮ। ਪੁਲਿਸ ਦੇ ਉੱਪਰ ਵੱਡੇ ਦੋਸ਼ ਲਗਾਏ ਜਾ ਰਹੇ ਨੇ। ਹਰਿਆਣਾ ਪੁਲਿਸ ਦੀ ਗੱਲ ਕਰੀਏ ਤਾਂ ਨੌਦੀਪ ਕੌਰ ਦੇ ਉੱਪਰ ਵੀ ਇਸੇ ਤਰ੍ਹਾਂ ਦਾ ਮਤਲਬ ਸਮਝੋ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਗਾਏ ਗਏ ਸੀ। ਔਰਤ ਦਿਵਸ ਦੀ ਗੱਲ ਕੀਤੀ ਹੈ, ਉਸ ਦਿਨ ਵੀ ਉਹ ਦਿੱਲੀ ਯੂਨੀਵਰਸਿਟੀ ਪਹੁੰਚੇ ਤੇ ਉੱਥੇ ਵੀ ਉਹਨਾਂ ਉੱਪਰ ਹਮਲਾ ਕੀਤਾ ਗਿਆ। ਇਹ ਮਾਮਲੇ ਇੱਕ ਦੂਸਰੇ ਨਾਲ ਜੁੜਦੇ ਤਾਂ ਨਹੀਂ ਕਿਉਂਕਿ ਔਰਤਾਂ ਦੇ ਖਿਲਾਫ ਹੀ ਜਿਹੜੀਆਂ ਵਾਪਰ ਰਹੀਆਂ ਨੇ ਘਟਨਾਵਾਂ। ਹਰਿਆਣਾ ਪੁਲਿਸ ਤੇ ਚੰਡੀਗੜ੍ਹ ਪੁਲਿਸ ਦੀ ਹੁਣ ਗੱਲ ਆ ਗਈ, ਇਹਨਾਂ ਉੱਪਰ ਦੋਸ਼ ਲਗਾਏ ਜਾ ਰਹੇ ਨੇ ਕਿ ਧੱਕੇਸ਼ਾਹੀ ਦੇ। ਪੁਲਿਸ ਦੀ ਜਿਹੜੀ ਸਾਰੀ ਇਹ ਬਰਬਰਤਾ ਕਹਿ ਸਕਦੇ ਹਾਂ ਜਾਂ ਵਿਵਹਾਰ ਕਹਿ ਸਕਦੇ ਹਾਂ ਭਾਰਤ ਦੇ ਵਿੱਚ ਕਿੰਜ ਦੇਖਦੇ ਹੋ ਇਸ ਨੂੰ? ਮਤਲਬ ਇੱਕ ਮਾਡਲ ਬਣਾਤਾ ਨਾ ਸਾਰੇ ਦੇਸ਼ ਦੇ ਵਿੱਚ। ਆਪਾਂ ਦੇਖਿਆ ਵੀ ਕਥੂਆ ਹੋਇਆ ਸੀਗਾ, ਉਹ ਨਾਓ ਰੇਪ ਕੇਸ ਹੋਇਆ ਸੀਗਾ ਵੀ ਅਸੀਂ ਜਿਹੜੇ ਬਲਾਤਕਾਰੀ ਨੇ ਉਹਨਾਂ ਦੇ ਹੱਕ ਦੇ ਵਿੱਚ ਤਿਰੰਗਾ ਯਾਤਰਾਵਾਂ ਵੀ ਕਰਾਂਗੇ, ਅਸੀਂ ਜਿਹੜੇ ਬਲਾਤਕਾਰੀ ਨੇ ਉਹਨਾਂ ਨੂੰ ਆਪਦੇ ਮੰਤਰੀਆਂ ਦੀ ਸ਼ਹਿ ਦੇ ਨਾਲ ਵੀ ਬੁਲਾਵਾਂਗੇ। ਕੁਲਦੀਪ ਸਿੰਘਰ ਵਾਲੇ ਸਾਡੇ ਸਾਹਮਣੇ ਨੇ, ਹਾਥਰਸ ਵਾਲਾ ਸਾਡੇ ਸਾਹਮਣੇ ਪਿਛਲੇ ਸਾਲ ਹੋ ਕੇ ਹਟਿਆ। ਬਿਲਕੁਲ ਹਾਂਜੀ, ਮਤਲਬ ਕੁੜੀਆਂ ਦੇ ਨਾਲ ਅਪਰਾਧ ਦਿਨੋਂ ਦਿਨ ਵੱਧਦੇ ਜਾ ਰਹੇ ਨੇ ਤੇ ਜਿਹੜੀ ਸੱਤਾ ਕੇਂਦਰ ਦੇ ਵਿੱਚ ਬੈਠੀ ਹੈ ਇਹਨਾਂ ਅਪਰਾਧਾਂ ਨੂੰ ਕਿਸੇ ਤਰ੍ਹਾਂ ਦੀ ਨੱਥ ਪਾਉਣ ਦੀ ਥਾਂ ਤੇ ਇਹ ਸੱਤਾ ਇਹਨਾਂ ਜਿਹੜੇ ਇਹੋ ਜਿਹੇ ਅਪਰਾਧੀ ਨੇ ਉਹਨਾਂ ਨੂੰ ਖੁੱਲੀ ਸ਼ੈ ਦੇ ਰਹੀ ਆ ਵੀ ਭਾਈ ਜਿਹੜਾ ਬੰਦਾ ਸਾਡੇ ਨਾਲ ਜੁੜ ਗਿਆ ਉਹਦੇ ਸਾਰੇ ਪਾਪ ਧੋਤੇ ਜਾਣਗੇ ਤੇ ਉਹ ਬੰਦਾ ਜਿਹਨੂੰ ਮਰਜ਼ੀ ਜਿਹਦਾ ਮਰਜ਼ੀ ਜਿਸਮ ਜਦੋਂ ਮਰਜ਼ੀ ਨਿਚੋੜ ਲੇ ਉਹ ਇੱਕ ਗਿਰਜ ਬਣ ਕੇ ਇੱਥੇ ਘੁੰਮ ਸਕਦਾ ਵਾ ਤੇ ਉਹਦੇ ਲਈ ਕੁੜੀਆਂ ਦੇ ਸਰੀਰਾਂ ਦੀ ਕੋਈ ਕੀਮਤ ਨਹੀਂ ਰਹਿ ਜਾਂਦੀ। ਇਹ ਪੁਲਿਸ ਇਹ ਅਸਲ ਵਿੱਚ ਵਧਾਵਾ ਸੱਤਾ ਵੱਲੋਂ ਦਿੱਤਾ ਜਾ ਰਿਹਾ ਵੀ ਜਦੋਂ ਅਸੀਂ ਐਕਸ਼ਨ ਹੀ ਨਹੀਂ ਲੈਣੇ ਕਿਸੇ ਤੇ ਬਲਾਤਕਾਰੀਆਂ ਤੇ ਤਾਂ ਫਿਰ ਜਿਹੜਾ ਮਰਜ਼ੀ ਜਿਵੇਂ ਮਰਜ਼ੀ ਕਰ ਲਵੇ, ਆਪਾਂ ਕਿਹੜਾ ਕੁਝ ਕਰਨਾ ਹੈ ਵੀ ਤੁਹਾਡੇ ਹੱਥ ਦੇ ਵਿੱਚ ਬਸ ਤੁਸੀਂ ਸਾਡੇ ਬੰਦੇ ਹੋਣੇ ਚਾਹੀਦੇ ਹੋ ਤਾਂ ਤੁਸੀਂ ਜਿਹਦੇ ਨਾਲ ਮਰਜ਼ੀ ਬਲਾਤਕਾਰ ਕਰੋ। ਇੱਕੋ ਔਰਤ ਵਿਰੋਧੀ ਮਾਨਸਿਕਤਾ ਹੈ, ਜਿਹੜੀ ਸੋਚ ਹੈ ਵੀ ਔਰਤ ਸਿਰਫ ਇੱਕ ਸਰੀਰ ਹੈ, ਇੱਕ ਵਸਤੂ ਆ, ਇੱਕ ਭੋਗਣ ਦਾ ਉਹ ਹੈ, ਸਾਡਾ ਸਾਧਨ ਹੈ। ਇਹ ਜਿਹੜੀ ਮਾਨਸਿਕਤਾ ਸਾਡੇ ਦਿਮਾਗਾਂ ਦੇ ਵਿੱਚ ਮੀਡੀਆ ਜ਼ਰੀਏ ਵੀ ਜਾਂਦੀ, ਇਹ ਜਿਹੜਾ ਮੁੱਖ ਸਟ੍ਰੀਮ ਮੀਡੀਆ ਖਾਸ ਤੌਰ ਤੇ ਪੋਲੀਟੀਸ਼ੀਅਨ ਨੇ ਜਿਹੜੇ ਜਦੋਂ ਸਾਡੇ ਉੱਤੇ ਬੈਠੇ ਜਿਹੜੇ ਬਲਾਤਕਾਰੀ ਨੇ ਉਹ ਸੰਸਦ ਦੇ ਵਿੱਚ ਬੈਠੇ ਆ ਤਾਂ ਅਸੀਂ ਉਮੀਦਾਂ ਨਹੀਂ ਕਰ ਸਕਦੇ ਵੀ ਇਹ ਸਿਸਟਮ ਦੇ ਵਿੱਚ ਕੋਈ ਜਸਟਿਸ ਵੀ ਮਿਲੂਗੀ ਜਾਂ ਇਹ ਕੁਝ ਕਰਨਗੇ ਵੀ। ਤਾਂ ਪੁਲਿਸ ਦੇ ਵਿੱਚ ਵੀ ਉਸ ਤਰ੍ਹਾਂ ਦੇ ਬਹੁਤ ਸਾਰੇ ਲੋਕ ਨੇ ਜਿਹਨਾਂ ਨੂੰ ਉਦੋਂ ਲਾਠੀ ਚਾਰਜ ਕਰਨ 'ਚ ਬਹੁਤ ਮਜ਼ਾ ਆ ਰਿਹਾ ਸੀ। ਸਾਡੇ ਨਾਲ ਬੱਚੇ ਨੇ ਉਹ ਰੋਏ ਨੇ ਉਸ ਤੋਂ ਬਾਅਦ ਵੀ ਸਾਨੂੰ ਕਿਵੇਂ ਪੁਲਿਸ ਨੇ ਨੌਜਵਾਨਾਂ ਨੇ ਝੰਡੇ ਚੱਕੇ ਹੋਏ ਸੀ, ਡੰਡੇ ਝੰਡੇ ਸੀ, ਉਹਨਾਂ ਨੂੰ ਉਹਨਾਂ ਦੇ ਹੀ ਡੰਡਿਆਂ ਨਾਲ ਚੁੱਕ ਚੁੱਕ ਕੇ ਕੁੱਟਿਆ ਤੇ ਉਹ ਕੁੜੀਆਂ 13 14 ਸਾਲ ਦੀਆਂ ਰੋ ਕੇ ਆਪਦੀ ਇਹ ਪੂਰੇ ਇਨਸੀਡੈਂਟ ਉਹ ਦੱਸ ਰਹੀਆਂ ਸੀ ਵੀ ਪੁਲਿਸ ਨੇ ਅੰਦਰ ਗਲੀਆਂ ਤੱਕ ਅਗਲੇ 2-3 ਦਿਨਾਂ ਤੱਕ ਹਜੇ ਤੱਕ ਉੱਥੇ ਪੁਲਿਸ ਦੀ ਦਹਿਸ਼ਤ ਆ ਲੋਕਾਂ ਦੇ ਅੰਦਰ ਫੈਲਾਈ ਹੋਈ ਹੈ। ਕੁੜੀ ਦਾ ਸੰਸਕਾਰ ਵੀ ਪੂਰੀ ਪੁਲਿਸ ਫੋਰਸ ਲਾ ਕੇ ਕਰ ਦਿੱਤਾ ਗਿਆ ਤਾਂ ਕਿ ਸਾਰੇ ਸਬੂਤ ਵੀ ਮਿਟ ਜਾਣ, ਉਹਦੇ ਸਰੀਰ ਦੇ ਨਾਲ ਚਲੇ ਜਾਣ ਤੇ ਉੱਥੇ ਕਿਸੇ ਤਰ੍ਹਾਂ ਦਾ ਕੋਈ ਵਿਦਰੋਹ ਵੀ ਨਾ ਉੱਠ ਸਕੇ। ਤੁਹਾਡੇ ਤੋਂ ਪੁੱਛਣਾ ਚਾਹਾਂਗੇ ਕਿ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਵਿਦਿਆਰਥੀ ਉਹਨਾਂ ਦੇ ਜਿਹੜੇ ਮਾਮਲੇ ਕਿੱਥੋਂ ਤੱਕ ਪਹੁੰਚੇ ਨੇ? ਦੇਖੋ ਪਹਿਲਾਂ ਤਾਂ ਉਹਨਾਂ ਨੂੰ ਰਾਤ ਨੂੰ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਾਨੂੰ ਅੱਧੇ ਦਿਨ ਤੱਕ ਤਾਂ ਪਤਾ ਨਹੀਂ ਲੱਗਿਆ ਕਿ ਉਹਨਾਂ ਨੂੰ ਕਿਹੜੇ ਥਾਣੇ ਲੈ ਕੇ ਗਏ ਨੇ। ਆਪਾਂ 4 ਥਾਣਿਆਂ ਤੋਂ ਘੁੰਮ ਕੇ ਆਏ ਹਾਂ ਤੇ ਸਾਨੂੰ ਕੋਈ ਨਹੀਂ ਦੱਸ ਰਿਹਾ ਸੀ ਕਿ ਉਹਨਾਂ ਨੂੰ ਲੈ ਕੇ ਕਿੱਥੇ ਗਏ ਨੇ, ਜੋ ਕਿ ਗੈਰ ਕਾਨੂੰਨੀ ਕੰਮ ਹੈ। ਸਾਨੂੰ ਉਹ ਦੱਸਣਾ ਚਾਹੀਦਾ ਹੈ ਪੁਲਿਸ ਨੂੰ। ਸਾਨੂੰ ਫਿਰ ਬਹੁਤ ਦੇਰ ਬਾਅਦ ਪਤਾ ਲੱਗਿਆ ਕਿ ਉਹ 31 ਦੇ ਥਾਣੇ 'ਚ ਸੀਗੇ। ਆਪਾਂ 31 ਦੇ ਥਾਣੇ ਗਏ, ਉੱਥੇ ਪੁਲਿਸ ਨੇ ਸਾਨੂੰ FIR ਦੀ ਕਾਪੀ ਦੇਣ ਤੋਂ ਮਨਾ ਕਰਤਾ। 6 ਨੂੰ FIR ਉਹਨਾਂ ਨੇ ਫਾਈਲ ਕੀਤੀ ਹੈ, ਸਾਨੂੰ FIR ਜਾ ਕੇ 9 ਨੂੰ ਮਿਲੀ ਹੈ, ਉਹ ਵੀ ਸਾਨੂੰ ਨਹੀਂ ਦਿੱਤੀ ਪੁਲਿਸ ਨੇ। ਆਪਾਂ ਲਾਇਰਸ ਨੂੰ ਐਡਵੋਕੇਟਸ ਨੂੰ ਫੋਨ ਕਰਕੇ ਉਹਨਾਂ 'ਤੇ ਦਬਾਅ ਪਾਇਆ ਸੀ। ਉਹਨਾਂ ਨੇ ਆਪਣੇ ਜਾਣ ਪਛਾਣ ਦੇ ਲੋਕਾਂ ਤੋਂ ਫੋਨ ਕਰਾਏ ਤਾਂ ਸਾਨੂੰ FIR ਮਿਲੀ ਹੈ। ਹੋਰ ਮੰਡੇ ਨੂੰ ਫਿਰ ਸੰਡੇ ਨੂੰ ਉਹਨਾਂ ਨੂੰ
ਬਹੁਤ ਬੁਰੀ ਤਰ੍ਹਾਂ ਨਾਲ ਲਾਠੀ ਚਾਰਜ ਕੀਤਾ, ਉਹਨਾਂ ਨੂੰ ਬਹੁਤ ਕੁੱਟਿਆ ਪੁਲਿਸ ਦੀ ਕਸਟਡੀ 'ਚ। ਪੁਲਿਸ ਨੂੰ ਪਤਾ ਸੀ ਕਿ ਉਹਨਾਂ 'ਚ 2 ਬੰਦਿਆਂ ਦੀ ਡਿਸਕ ਸਲਿਪ ਹੋਈ ਹੈ ਤੇ ਉਹ ਬਹੁਤ ਪਹਿਲਾਂ ਹੀ ਬਹੁਤ ਦਰਦ 'ਚ ਰਹਿੰਦੇ ਸੀ ਇਸ ਪ੍ਰੋਬਲਮ ਦੇ ਕਾਰਨ। ਫਿਰ ਉਹਨਾਂ ਨੂੰ ਬਹੁਤ ਕੁੱਟਿਆ ਪੁਲਿਸ ਨੇ। ਮੰਡੇ ਨੂੰ ਉਹਨਾਂ ਦੀ ਮੈਡੀਕਲ ਐਗਜ਼ਾਮੀਨੇਸ਼ਨ ਹੋਣਾ ਸੀ, ਜਿਹੜਾ ਹੁੰਦਾ ਜਦੋਂ ਵੀ ਕੋਈ ਅਰੈਸਟ ਹੁੰਦਾ। ਉਹਨਾਂ ਨੂੰ ਮੈਡੀਕਲ ਦੇ ਲਈ ਲੈ ਕੇ ਗਏ ਤਾਂ ਉਹਨਾਂ ਨੂੰ ਵੈਨ 'ਚੋਂ ਬਾਹਰ ਨਹੀਂ ਆਉਣ ਦਿੱਤਾ। ਉਹਨਾਂ ਨੂੰ ਕਿਹਾ ਤੁਸੀਂ ਇੱਥੇ ਹੀ ਬੈਠੋ। ਪੁਲਿਸ ਵਾਲੇ ਆਪੇ ਅੰਦਰ ਚਲੇ ਗਏ। ਅੰਦਰ ਜਾ ਕੇ ਉਹ ਬਾਹਰ ਆ ਗਏ ਕਰੋਨਾ ਫਾਰਮ ਲੈ ਕੇ। ਕਰੋਨਾ ਫਾਰਮਸ ਦਾ ਕੋਈ ਰਿਲੇਸ਼ਨ ਹੈਗਾ ਹੀ ਨਹੀਂ ਇਸ ਕੇਸ 'ਚ। ਉਹਨਾਂ ਦਾ ਮੈਡੀਕਲ ਐਗਜ਼ਾਮ ਜਿਹੜਾ ਹੁੰਦਾ ਉਹ ਵੀ ਨਹੀਂ ਕਰਾਇਆ ਗਿਆ ਕਿਉਂਕਿ ਉਹਨਾਂ ਨੂੰ ਕੁੱਟਿਆ ਹੀ ਇੰਨਾ ਸੀ, ਉਹ ਚੱਲ ਵੀ ਨਹੀਂ ਪਾ ਰਹੇ ਸੀ। ਫਿਰ ਮੰਡੇ ਨੂੰ ਉਹਨਾਂ ਦੀ ਬੇਲ ਦੀ ਪਲੀ ਦਿੱਤੀ ਸੀ ਮੈਜਿਸਟ੍ਰੇਟ ਦੇ ਅੱਗੇ, ਉਹ ਵੀ ਡਿਸਮਿਸ ਕਰਤੀ। ਉਹਨਾਂ ਨੇ ਕਹਿ ਦਿੱਤਾ ਕਿ ਸਾਨੂੰ ਟਾਈਮ ਨਹੀਂ ਮਿਲਿਆ ਜ਼ਿਆਦਾ ਇਹਨੂੰ ਇਨਵੈਸਟੀਗੇਟ ਕਰਨ ਦਾ, ਸਾਨੂੰ ਹੋਰ ਵਕਤ ਚਾਹੀਦਾ ਹੈ ਸਾਰਾ ਕੁਝ ਦੇਖਣ ਲਈ ਕਿ ਇਹਨਾਂ ਨੇ ਕੀ ਕੀਤਾ ਸੀ ਜਾ ਕੇ, ਤੇ ਆਪਾਂ ਐਵੀਡੈਂਸ ਹੋਰ ਕਲੈਕਟ ਕਰਕੇ ਦੇਖਾਂਗੇ। ਹੁਣ ਜਦ ਅਗਲੀ ਹੀਅਰਿੰਗ ਹੋਊਗੀ ਅਗਲੇ ਸੈਸ਼ਨਸ ਕੋਰਟ 'ਚ, ਹੁਣ ਸਾਡੀ ਇਹੀ ਮੰਗ ਹੈ ਕਿ ਤੁਸੀਂ ਇਨਸਾਫ ਤਾਂ ਕੁੜੀ ਨੂੰ ਤਾਂ ਇਨਸਾਫ ਤੁਸੀਂ ਦਿੱਤਾ ਨਹੀਂ, ਤੇ ਜਿਹੜੇ ਖੜਦੇ ਨੇ ਇਹੋ ਜਿਹੇ ਲੋਕਾਂ ਲਈ ਜਿਨ੍ਹਾਂ ਨੇ ਇੰਨਾ ਘਟੀਆ ਕੁਝ ਹੁੰਦਾ ਹੈ, ਤੁਸੀਂ ਉਹਨਾਂ ਨੂੰ ਵੀ ਜੇ ਗ੍ਰਿਫਤਾਰ ਕਰ ਲਓਗੇ ਤੇ ਪੁਲਿਸ ਹੈਗੀ ਕਿਸ ਲਈ ਹੈ? ਇਹ ਤਾਂ ਦਹਿਸ਼ਤ ਹੀ ਫੈਲਾ ਰਹੀ ਹੈ। ਫਿਰ ਕੁੜੀ ਦੇ ਮਾਂ-ਬਾਪ ਨੂੰ ਵੀ ਇਨਸਾਫ ਨਹੀਂ ਮਿਲਿਆ, ਜਿਹੜੇ ਅਰੈਸਟ ਕਰ ਲਏ ਨੇ, ਜਿਹੜੇ ਗ੍ਰਿਫਤਾਰ ਕੀਤੇ ਨੇ ਨੌਜਵਾਨ, ਉਹਨਾਂ ਨੂੰ ਵੀ ਇਨਸਾਫ ਨਹੀਂ ਮਿਲ ਰਿਹਾ। ਤੇ ਜੇ ਮਜ਼ਦੂਰ ਮੁਹੱਲਿਆਂ 'ਚ ਇਹ ਹੋ ਸਕਦਾ ਹੈ ਤੇ ਚੰਡੀਗੜ੍ਹ 'ਚ ਕਿਉਂ ਨਹੀਂ ਹੋ ਸਕਦਾ? ਸੈਕਟਰ 20, ਸੈਕਟਰ 18, 17 'ਚ ਕਿਉਂ ਨਹੀਂ ਹੋ ਸਕਦਾ? ਸਾਨੂੰ ਬਸ ਪਤਾ ਨਹੀਂ ਲੱਗਦੀਆਂ ਇਹ ਚੀਜ਼ਾਂ, ਪਰ ਹੁੰਦੀਆਂ ਤਾਂ ਬਹੁਤ ਨੇ। ਤੇ ਪੁਲਿਸ ਨੂੰ ਜਵਾਬ ਦੇਣਾ ਚਾਹੀਦਾ ਸਾਨੂੰ ਕਿ ਕਰਦੇ ਕੀ ਪਏ ਨੇ। ਕੁੜੀ ਨਾਲ ਇਹ ਹੋ ਗਿਆ ਤੇ ਇਹਨਾਂ ਦਾ ਧਿਆਨ ਫਿਰ ਵੀ ਆਹੀ ਹੈ ਕਿ ਨੌਜਵਾਨਾਂ ਨੂੰ ਅਰੈਸਟ ਕਰ ਲਓ, ਕੁੱਟ ਲਓ, ਮਾਰਪੀਟ ਕਰ ਲਓ ਤੇ FIR ਨਾ ਦਿਓ, ਸਾਨੂੰ ਉਹਨਾਂ ਦੀ ਬੇਲ ਰਿਜੈਕਟ ਕਰਦੇ ਰਹੋ। ਤੇ ਪੁਲਿਸ ਨੂੰ ਬਹੁਤ ਸ਼ਰਮ ਆਉਣੀ ਚਾਹੀਦੀ ਹੈ ਇਹ ਕਰਨ ਲਈ। ਸੋ ਜਿਹੜੇ ਚੰਡੀਗੜ੍ਹ ਪੁਲਿਸ ਦੇ ਉੱਪਰ ਵੱਡੇ ਦੋਸ਼ ਇਹ ਲਗਾਏ ਗਏ ਨੇ ਕਿ ਪਹਿਲਾ ਦੋਸ਼ ਤਾਂ ਇਹ ਕਿ ਜਿਸ 12 ਸਾਲ ਦੇ ਬੱਚੇ ਦੀ ਗੱਲ ਚੰਡੀਗੜ੍ਹ ਪੁਲਿਸ ਕਰ ਰਹੀ ਹੈ ਕਿ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਦੋਸ਼ ਇਹ ਹੈ ਕਿ 12 ਸਾਲ ਦਾ ਬੱਚਾ ਅਜਿਹਾ ਜੁਰਮ ਨਹੀਂ ਕਰ ਸਕਦਾ ਅਤੇ ਇਸ ਮਾਮਲੇ ਦੇ ਵਿੱਚ ਹੋਰ ਦੋਸ਼ੀ ਵੀ ਜਿਹੜੇ ਪਾਏ ਜਾ ਸਕਦੇ ਨੇ। ਇਸ ਦੇ ਜਿਹੜੀਆਂ ਸ਼ੰਕਾਵਾਂ ਜ਼ਾਹਿਰ ਕੀਤੀਆਂ ਜਾ ਰਹੀਆਂ ਨੇ ਤੇ ਚੰਡੀਗੜ੍ਹ ਪੁਲਿਸ ਦੇ ਉੱਪਰ ਇਹ ਵੀ ਦਬਾਅ ਪਾਇਆ ਜਾ ਰਿਹਾ ਜਾਂ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕਰਨ ਵੱਲ ਧਿਆਨ ਦੇਣ, ਨਾ ਕਿ ਜਿਹੜੇ ਵਿਦਿਆਰਥੀ ਉਹਨਾਂ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੇ ਸੀ ਉਹਨਾਂ ਦੇ ਮਾਮਲੇ ਨੂੰ ਉਹ ਜ਼ਿਆਦਾ ਮੀਡੀਆ ਦੇ ਵਿੱਚ ਹਾਈਲਾਈਟ ਹੁਣ ਉਹ ਹੋ ਰਿਹਾ, ਨਾ ਕਿ ਜਿਹੜਾ 6 ਸਾਲ ਦੀ ਬੱਚੀ ਦਾ ਰੇਪ ਕੇਸ ਹੋ ਰਿਹਾ, ਜਿਹੜਾ ਉਸ ਦੇ ਮਾਮਲੇ ਬਾਰੇ ਗੱਲਬਾਤ ਕੀਤੀ ਜਾ ਰਹੀ ਹੈ। ਸੋ ਇਸ ਤਰ੍ਹਾਂ ਤੁਹਾਡੇ ਨਾਲ ਹੋਰ ਕਹਾਣੀਆਂ ਸਾਂਝੀਆਂ ਕਰਦੇ ਰਹਾਂਗੇ। ਕੈਮਰਾਮੈਨ ਸੁਨੀਲ ਦੇ ਨਾਲ ਰਾਜਦੀਪ ਕੌਰ, ਚੰਡੀਗੜ੍ਹ।